ਗੁਰਸਿੱਖ ਪਿਆਰਿਓ, ਮਨ ਨੂੰ ਟਿਕਾਓ ਮਿਲਦਾ ਹੈ, ਮਨ ਨੂੰ ਸਥਿਰਤਾ ਮਿਲਦੀ ਹੈ ਗੁਰੂ ਕੀ ਪਵਿੱਤਰ ਬਾਣੀ ਪੜ੍ਹ ਕੇ। ਜਿਨ੍ਹਾਂ ਦੇ ਪਵਿੱਤਰ ਦਰ ਤੇ ਤੁਸੀਂ ਬੈਠੇ ਹੋਏ ਨਾ, ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਬਲ ਛੁਟਕਿਓ, ਬਲ ਜਦੋਂ ਬੰਦਾ ਆਤਮਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ। ਦੇਖੋ, ਅਗਰ ਤੁਸੀਂ ਸਰੀਰਕ ਤੌਰ ਤੇ ਕਮਜ਼ੋਰ ਹੋ ਤੇ ਕੀ ਹੋਏਗਾ? ਤੁਹਾਨੂੰ ਤਦ ਵੀ ਬੰਧਨ ਪੈ ਜਾਣਗੇ, ਸਰੀਰਕ ਬਿਮਾਰੀਆਂ ਤੁਹਾਨੂੰ ਜਕੜ ਲੈਣਗੀਆਂ। ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਪੈ ਜਾਂਦੀ ਹੈ ਸਰੀਰ ਦੀ। ਤੁਸੀਂ ਚੰਗਾ ਆਹਾਰ ਨਹੀਂ ਲੈ ਰਹੇ, ਪੌਸ਼ਟਿਕ ਆਹਾਰ ਨਹੀਂ ਲੈ ਰਹੇ, ਚੰਗਾ ਖਾਣ ਨੂੰ ਤੁਹਾਨੂੰ ਨਹੀਂ ਮਿਲਦਾ ਪਿਆ, ਸਮੇਂ ਸਿਰ ਪ੍ਰਸ਼ਾਦਾ ਨਹੀਂ ਮਿਲਦਾ ਪਿਆ, ਤਾਂ ਕੀ ਹੋਏਗਾ? ਸਰੀਰ ਕਮਜ਼ੋਰ ਹੋ ਜਾਏਗਾ। ਔਰ ਉਹ ਚੀਜ਼ਾਂ, ਜਿਹੜੀਆਂ ਚੀਜ਼ਾਂ ਜ਼ਰੂਰੀ ਨੇ, ਜੇਕਰ ਉਹ ਸਰੀਰ ਨੂੰ ਨਹੀਂ ਮਿਲਦੀਆਂ ਪਈਆਂ ਤੇ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਜਾਏਗੀ। ਉਸ ਦੇ ਕਮਜ਼ੋਰ ਹੋਣ ਦੇ ਨਾਲ ਛੋਟਾ ਜਿਹਾ ਰੋਗ ਵੀ ਤੁਹਾਨੂੰ ਆ ਕੇ ਜਕੜ ਲਏਗਾ। ਇਸੇ ਤਰ੍ਹਾਂ ਗੁਰਮੁਖੋ, ਜੈਸੇ ਸਰੀਰ ਭੋਜਨ ਨਾਲ ਚੱਲਦਾ ਹੈ, ਬਲਿਸ਼ਟ ਹੁੰਦਾ ਹੈ, ਸਰੀਰ ਨੂੰ ਤਾਕਤ ਮਿਲਦੀ ਹੈ, ਇਸੇ ਤਰ੍ਹਾਂ ਜਦੋਂ ਤੁਹਾਡੇ ਜੀਵਨ 'ਚ ਭਜਨ ਹੁੰਦਾ ਹੈ ਤਾਂ ਤੁਸੀਂ ਆਤਮਿਕ ਤੌਰ ਤੇ ਅੰਦਰੋਂ ਤੁਹਾਨੂੰ ਬਲ ਮਿਲਦਾ ਹੈ, ਤਾਕਤ ਮਿਲਦੀ ਹੈ। ਤੇ ਜੇਕਰ ਤੁਹਾਡੇ ਕੋਲ ਗੁਰੂ ਨਹੀਂ ਹੈ, ਇਬਾਦਤ ਨਹੀਂ ਹੈ, ਭਗਤੀ ਬੰਦਗੀ ਨਹੀਂ ਹੈ, ਤਾਂ ਤੁਸੀਂ ਕਮਜ਼ੋਰ ਪੈ ਜਾਂਦੇ ਹੋ ਅੰਦਰੋਂ। ਫਿਰ ਕੀ ਹੁੰਦਾ ਹੈ? ਛੋਟਾ ਛੋਟਾ ਨੁਕਸਾਨ, ਛੋਟੀਆਂ ਛੋਟੀਆਂ ਘਟਨਾਵਾਂ, ਛੋਟੀਆਂ ਛੋਟੀਆਂ ਚਿੰਤਾਵਾਂ ਤੁਹਾਡੇ ਲਈ ਪਹਾੜ ਬਣ ਜਾਂਦੀਆਂ ਨੇ। ਬਲ ਛੁਟਕਿਓ ਬੰਧਨ ਪਰੇ। ਪਾਤਸ਼ਾਹ ਕਹਿੰਦੇ, ਜਦੋਂ ਤੁਸੀਂ ਅੰਦਰੋਂ ਕਮਜ਼ੋਰ ਪੈ ਗਏ ਨਾ, ਤੁਹਾਡੇ ਕੋਲ ਨਾਮ ਬਾਣੀ ਨਹੀਂ ਹੈ, ਭਜਨ ਬੰਦਗੀ ਨਹੀਂ ਹੈ, ਤੁਸੀਂ ਗੁਰੂ ਨਹੀਂ ਜਪਦੇ, ਗੁਰੂ ਕੀ ਪਵਿੱਤਰ ਬਾਣੀ ਦਾ ਆਧਾਰ ਨਹੀਂ ਹੈ ਤੁਹਾਡੇ ਕੋਲ, ਤਾਂ ਕੀ ਹੋਏਗਾ? ਬਲ ਛੁਟਕਿਓ। ਬਲ ਤੁਹਾਡੇ ਅੰਦਰ ਦਾ ਬਲ, ਅੰਦਰ ਦੀ ਤਾਕਤ ਛੁਟਕਿਓ ਖਤਮ ਹੋ ਜਾਏਗੀ, ਕਮਜ਼ੋਰ ਹੋ ਜਾਏਗੀ। ਔਰ ਜੇਕਰ ਤੁਸੀਂ ਮਾਨਸਿਕ ਤੌਰ ਤੇ ਕਮਜ਼ੋਰ ਪੈ ਗਏ, ਆਂਤਰਿਕ ਤੌਰ ਤੇ ਕਮਜ਼ੋਰ ਪੈ ਗਏ, ਤੇ ਫਿਰ ਗੁਰਮੁਖ ਪਿਆਰਿਓ, ਡਰ, ਸ਼ੰਕੇ, ਭੈ, ਚਿੰਤਾ, ਝੋਰੇ ਇਹ ਬਣ ਜਾਣਗੇ ਜਮ, ਔਰ ਤੁਹਾਨੂੰ ਬੰਧਨਾਂ 'ਚ ਜਕੜ ਲੈਣਗੇ। ਫਿਰ ਤੁਸੀਂ ਜਿਹੜਾ ਵੀ ਉਪਾਅ ਕਰੋਗੇ ਨਾ, ਜਿਹੜਾ ਵੀ ਉਪਾਅ ਕਰੋਗੇ, ਕੋਈ ਵੀ ਉਪਾਅ ਕਾਰਗਰ ਸਿੱਧ ਨਹੀਂ ਹੋਏਗਾ। ਦੇਖੋ ਨਾ, ਕਾਰਗਰ ਸਿੱਧ ਹੋਵੇ ਵੀ ਕੈਸੇ? ਮੈਂ ਕਈ ਵਾਰੀ ਇੱਕ ਬੇਨਤੀ ਕਰਦਾ ਹੁੰਦਾ ਕਿ ਜਦੋਂ ਬੰਦਾ ਨਸ਼ਾ ਕਰਦਾ ਨਾ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਹੋਵੇ, ਤੇ ਨਸ਼ਾ ਬੰਦੇ ਦੀ ਉਹ ਤਾਕਤ ਨੂੰ, ਵੈਸੇ ਤੇ ਹਰ ਇੱਕ ਪੱਖ ਤੋਂ ਨੁਕਸਾਨ ਕਰਦਾ ਬਹੁਤ। ਕੋਈ ਵੀ ਪੱਖ ਲੈ ਲਓ, ਆਰਥਿਕ ਪੱਖ ਲੈ ਲਓ, ਸਮਾਜਿਕ ਪੱਖ ਲੈ ਲਓ, ਸਰੀਰਕ ਪੱਖ ਲੈ ਲਓ, ਮਾਨਸਿਕ ਪੱਖ ਲੈ ਲਓ, ਨੁਕਸਾਨ ਹੀ ਕਰੇਗਾ। ਪਰ ਇੱਕ ਨੁਕਸਾਨ ਕਰਦਾ ਹੈ ਕਿ ਉਹ ਬੰਦੇ ਦੀ ਡਿਸੀਜਨ ਲੈਣ ਦੀ ਸ਼ਕਤੀ ਨੂੰ ਘਟਾ ਦਿੰਦਾ ਹੈ। ਨਾਰਮਲ ਬੰਦਾ, ਆਮ ਜੀਵਨ ਬਸਰ ਕਰਨ ਵਾਲਾ ਬੰਦਾ, ਸਵਸਥ ਬੰਦਾ, ਮਾਨਸਿਕ ਤੌਰ ਤੇ ਨਿਰੋਗ ਬੰਦਾ, ਜਿੰਨੇ ਸਮੇਂ 'ਚ ਉਹਨੇ ਡਿਸੀਜਨ ਲੈਣਾ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਸਮਾਂ ਉਹ ਬੰਦਾ ਲੈ ਲੈਂਦਾ ਜਿਹੜਾ ਬੰਦਾ ਨਸ਼ਾ ਕਰਦਾ ਹੈ। ਆਮ ਤੌਰ ਤੇ ਤੁਸੀਂ ਸੁਣਦੇ ਹੋ ਨਾ ਵੀ ਐਕਸੀਡੈਂਟ ਹੁੰਦੇ ਨੇ, ਕਾਹਤੋਂ? ਉਹਦਾ ਕਾਰਨ ਹੈ ਬੰਦਾ ਸ਼ਰਾਬ ਪੀ ਕੇ ਡਰਾਈਵ ਕਰ ਰਿਹਾ ਹੈ। ਪਰ ਕਈ ਵਾਰੀ ਐਸਾ ਹੁੰਦਾ ਹੈ ਕਿ ਤੁਹਾਨੂੰ ਐਕਸੀਡੈਂਟ ਹੋ ਜਾਂਦਾ, ਬੰਦੇ ਨੇ ਕੁਝ ਪੀਤਾ ਨਹੀਂ, ਕੋਈ ਸ਼ਰਾਬ ਨਹੀਂ ਪੀਤੀ, ਕੋਈ ਨਸ਼ਾ ਨਹੀਂ ਕੀਤਾ, ਫਿਰ ਪਤਾ ਲੱਗਦਾ ਜੀ ਉਹ ਨਸ਼ਾ ਕਰਦਾ ਸੀ, ਉਸ ਦਿਨ ਨਹੀਂ ਸੀ ਕੀਤਾ ਹੋਇਆ।
ਹਾਲਾਂਕਿ ਕਾਰਨ ਹੋਰ ਵੀ ਹੋ ਸਕਦੇ ਨੇ, ਜ਼ਰੂਰੀ ਨਹੀਂ ਕਿ ਬੰਦਾ ਜਿਹੜਾ ਨਸ਼ਾ ਕਰਦਾ ਉਹਦੇ ਐਕਸੀਡੈਂਟ ਹੁੰਦੇ ਨੇ, ਪਰ ਜ਼ਿਆਦਾਤਰ ਕਿਉਂਕਿ ਜਦੋਂ ਤੁਸੀਂ ਗੱਡੀ ਡਰਾਈਵ ਕਰਦੇ ਪਏ ਹੋ ਉਦੋਂ ਕੋਈ ਐਸੀ ਘਟਨਾ ਤੁਹਾਡੇ ਸਾਹਮਣੇ ਵਾਪਰ ਗਈ, ਤੁਸੀਂ ਬ੍ਰੇਕ ਲਗਾਣੀ ਹੈ, ਗੱਡੀ ਨੂੰ ਰੋਕਣਾ ਹੈ ਜਾਂ ਗੱਡੀ ਨੂੰ ਤੇਜ਼ ਕਰਨਾ ਹੈ ਜਾਂ ਹੌਲੀ ਕਰਨਾ ਹੈ ਜਾਂ ਸੱਜੇ ਮੁੜਨਾ ਜਾਂ ਖੱਬੇ ਮੁੜਨਾ ਹੈ, ਇਹ ਤੁਹਾਨੂੰ ਡਿਸੀਜਨ ਲੈਣਾ ਪੈਣਾ ਸੀ ਕੁਝ ਸੈਕਿੰਡਾਂ 'ਚ, 1 ਸੈਕਿੰਡ 1.5 ਸੈਕਿੰਡ 'ਚ, ਪਰ ਤੁਸੀਂ ਉਹ ਲੈ ਨਹੀਂ ਪਾਏ। ਅਗਰ ਡਿਸੀਜਨ ਸਮੇਂ ਸਿਰ ਲੈ ਲੈਂਦੇ ਤੁਸੀਂ ਬਚ ਜਾਣਾ ਸੀ, ਬਚਾਅ ਹੋ ਜਾਣਾ ਸੀ। ਕਿਉਂ ਨਹੀਂ ਲੈ ਪਾਏ? ਕਿਉਂਕਿ ਉਹ ਸ਼ਕਤੀ ਤੁਹਾਡੇ ਅੰਦਰ ਘਟ ਗਈ ਹੈ, ਨਸ਼ੇ ਨੇ ਉਸ ਤੇ ਬੜਾ ਸੱਟ ਮਾਰੀ ਹੈ, ਉਹ ਘਟ ਗਈ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਕੋਈ ਵੀ ਮੁਸੀਬਤ ਤੁਹਾਡੇ ਜੀਵਨ ਚ ਆਉਂਦੀ ਹੈ, ਕੋਈ ਵੀ, ਉਹਦਾ ਹੱਲ ਕਈ ਬੰਦੇ ਨੇ ਜਿਹੜੇ ਤੁਰੰਤ ਨਾਲ ਦੀ ਨਾਲ ਹੱਲ ਕੱਢ ਲੈਂਦੇ ਨੇ, ਆ ਲੋ ਜੀ ਆਹ ਹੱਲ ਹੈ ਇਹਦਾ, ਤੇ ਕਈ ਬੰਦੇ ਐਸੇ ਨੇ ਜਿਹੜੇ ਬੜਾ ਲੰਮਾ ਸਮਾਂ ਲੈ ਲੈਂਦੇ ਨੇ, ਘਬਰਾ ਜਾਂਦੇ ਨੇ, ਡਿਪਰੈਸ਼ਨ 'ਚ ਚਲੇ ਜਾਂਦੇ ਨੇ, ਚਿੰਤਾ ਦੀ ਗਹਿਰੀ ਖਾਈ 'ਚ ਡਿੱਗ ਪੈਂਦੇ ਨੇ, ਖਾਣਾ ਪੀਣਾ ਛੱਡ ਦਿੰਦੇ ਨੇ, ਬਲ ਛੁੱਟ ਕੇ ਅੰਦਰ ਤਾਕਤ ਨਹੀਂ ਰਹੀ। ਮੁਸੀਬਤ ਨਾਲ ਕਿਵੇਂ ਲੜਨਾ ਹੈ? ਜਿੰਨਾ ਬੰਦਾ ਅੰਦਰੋਂ ਬਲਿਸ਼ਟ ਹੋਏਗਾ, ਜਿਹੜਾ ਬੰਦਾ ਅੰਦਰੋਂ ਦ੍ਰਿੜ ਹੋਏਗਾ, ਸੁਦ੍ਰਿੜ ਹੋਏਗਾ, ਅੰਦਰੋਂ ਬਲਸ਼ਾਲੀ ਹੋਏਗਾ, ਆਂਤਰਿਕ ਤੌਰ ਤੇ ਬਹੁਤ ਜ਼ਿਆਦਾ ਤਾਕਤਵਰ ਹੋਏਗਾ, ਛੋਟੀਆਂ ਮੋਟੀਆਂ ਮੁਸੀਬਤਾਂ ਤੇ ਵੈਸੇ ਨਹੀਂ ਗੋਲਦਾ। ਪਰ ਜੇਕਰ ਗੁਰਮੁਖ ਪਿਆਰਿਓ ਐਸਾ ਨਹੀਂ ਹੁੰਦਾ ਤੇ ਫਿਰ ਛੋਟੀਆਂ ਦਿੱਕਤਾਂ ਵੀ ਤੁਹਾਡੇ ਲਈ ਬੜੀ ਵੱਡੀ ਮੁਸੀਬਤ ਬਣ ਜਾਣਗੀਆਂ। ਅੰਦਰ ਦੀ ਸਥਿਰਤਾ, ਅੰਦਰ ਦਾ ਠਹਿਰਾ, ਅੰਦਰ ਦਾ ਟਿਕਾ ਉਦੋਂ ਹੀ ਮਿਲਦਾ ਹੈ ਜਦੋਂ ਤੁਹਾਡੇ ਕੋਲ ਬਲ ਹੋਵੇ। ਗੁਰੂ ਕਾ ਸ਼ਬਦ ਮਨੈ ਅਸਥੰਭਨ, ਗੁਰੂ ਦਾ ਸ਼ਬਦ ਜਿਹੜਾ ਹੈ ਉਹ ਤੁਹਾਡੇ ਮਨ ਦੇ ਲਈ ਥੰਬ ਹੈ, ਤੁਹਾਡੇ ਮਨ ਨੂੰ ਢਾਰਸ ਦੇਣ ਵਾਲਾ ਹੈ, ਸਥਿਰ ਕਰਨ ਵਾਲਾ ਹੈ। ਜਦੋਂ ਤੁਸੀਂ ਗੁਰੂ ਦਾ ਸ਼ਬਦ ਪੜੋਗੇ ਤੇ ਫਿਰ ਗੁਰੂ ਸਾਹਿਬ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ, ਪਾਤਸ਼ਾਹ ਕਹਿੰਦੇ ਬਲ ਹੋਆ ਬੰਧਨ ਛੁੱਟੇ। ਜਦੋਂ ਬਲ ਨਹੀਂ ਸੀ ਉਦੋਂ ਕੀ ਹੋਇਆ ਸੀ ਜੀ? ਬਲ ਛੁੱਟ ਕੇ ਬੰਧਨ ਪਰੇ। ਕਹਿੰਦੇ ਜਦੋਂ ਬਲ ਨਹੀਂ ਸੀ ਬੰਧਨ ਪੈ ਗਏ, ਹੁਣ ਬਲ ਆ ਗਿਆ, ਬਲ ਦੇ ਆਉਣ ਨਾਲ ਕੀ ਹੋਇਆ ਜੀ? ਬੰਧਨ ਛੁੱਟੇ, ਸਾਰੇ ਬੰਧਨ ਛੁੱਟ ਗਏ। ਜਦੋਂ ਤੁਸੀਂ ਅੰਦਰੋਂ ਸਥਿਰ ਹੁੰਦੇ ਹੋ, ਅੰਦਰੋਂ ਸਥਿਰ ਹੋ ਜਾਂਦੇ, ਅੰਦਰੋਂ ਟਿਕਾਜ ਹੁੰਦੇ ਹੋ, ਔਰ ਮਾਲਕ ਤੁਹਾਡੇ ਤੇ ਇੰਨਾ ਤਰਸ ਕਰ ਦਿੰਦਾ ਹੈ, ਕਿਰਪਾ ਦਾ ਖਜ਼ਾਨਾ, ਤਰਸ ਦਾ ਘਰ, ਪਰਿਪੂਰਨ ਪ੍ਰਮਾਤਮਾ ਜਦੋਂ ਤਰਸ ਕਰਦਾ ਹੈ ਤੇ ਫਿਰ ਗੁਰਮੁਖ ਪਿਆਰਿਓ ਬੰਧਨ ਛੁੱਟੇ, ਬੰਧਨ ਛੁੱਟ ਜਾਂਦੇ ਨੇ। ਪਾਤਸ਼ਾਹ ਕਹਿੰਦੇ ਬਲ ਛੁੱਟ ਕੇ ਬੰਧਨ ਪਰੇ, ਕਛੂ ਨਾ ਹੋ ਤੂੰ ਪਾਏ। ਬੰਦਾ ਲੱਖ ਉਪਾਅ ਕਰਦਾ, ਲੱਖਾਂ ਕੋਸ਼ਿਸ਼ਾਂ ਕਰਦਾ, ਲੱਖਾਂ ਯਤਨ ਕਰਦਾ, ਪਰ ਕੋਈ ਵੀ ਉਪਾਅ ਕਿਸੇ ਕੰਮ ਨਹੀਂ ਹੁੰਦਾ। ਗੁਰਦੇਵ ਜੀ ਕਹਿੰਦੇ ਕਹੋ ਨਾਨਕ ਅਬ ਓਟ ਹਾਰ, ਗੱਜ ਜੋ ਹੋ ਸਹਾਏ। ਅਗਰ ਐਸਾ ਸਮਾਂ ਆ ਜਾਂਦਾ ਹੈ ਤੇ ਓਟ ਹਾਰ, ਫਿਰ ਹਰੀ ਪ੍ਰਮਾਤਮਾ ਦੀ ਓਟ ਲਓ, ਆਸਰਾ ਲਓ। ਔਰ ਜਦੋਂ ਤੁਸੀਂ ਆਸਰਾ ਲਓਗੇ ਤੇ ਫਿਰ ਜਿਵੇਂ ਉਹ ਗੱਜ ਜਿਸ ਨੇ ਪੁਕਾਰ ਕੀਤੀ, ਜਦੋਂ ਉਹਨੂੰ ਤੰਦੂਏ ਨੇ ਫੜ ਲਿਆ, ਉਸ ਗੱਜ ਦੀ ਸਹਾਇਤਾ ਕੀਤੀ ਅਕਾਲ ਪੁਰਖ ਨੇ, ਬਲ ਦਿੱਤਾ, ਤਾਕਤ ਦਿੱਤੀ, ਉਹ ਬੰਧਨ ਤੋਂ ਮੁਕਤ ਹੋ ਗਿਆ। ਪਾਤਸ਼ਾਹ ਕਹਿੰਦੇ ਨੇ ਬਲ ਛੁੱਟ ਕਿਉ, ਬਲ ਛੁੱਟ ਗਿਆ, ਮਨੋਬਲ ਟੁੱਟ ਗਿਆ ਤੇ ਬੰਦਾ ਖਾਈ ਚ ਡਿੱਗ ਪੈਂਦਾ ਹੈ।
ਔਰ ਇਤਨਾ ਜੀਵਨ ਦੇ ਅੰਦਰ ਵਿਸ਼ਾਦ, ਦੁੱਖ, ਪੀੜਾ ਆ ਜਾਂਦੀ ਹੈ, ਕੋਈ ਹੱਲ ਨਹੀਂ ਲੱਭਦਾ। ਫਿਰ ਬੰਦਾ ਹੱਲ ਕਰਨ ਜੋਗਾ ਹੀ ਨਹੀਂ ਰਹਿੰਦਾ। ਮੁਸੀਬਤ ਦਾ ਹੱਲ ਦੇਖੋ, ਅਸੀਂ ਜਦੋਂ ਦਿੱਕਤ ਬਣਦੀ ਹੈ ਨਾ, ਤੇ ਆਪਾਂ ਸੱਜੇ ਖੱਬੇ ਦੌੜਦੇ ਹਾਂ। ਪਰ ਜਿਹੜਾ ਬੰਦਾ ਖੁਦ ਆਪਣੇ ਵੱਲ ਝਾਤ ਮਾਰਦਾ ਨਾ, ਪਾਤਸ਼ਾਹ ਕਹਿੰਦੇ ਨੇ ਨਾ, ਦੇਖੋ, ਜਦੋਂ ਜਾਕੋ ਮੁਸ਼ਕਲ ਅੱਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖੜੇ। ਤੇ ਦੌੜ ਜਾਂਦੇ ਨੇ ਸਾਰੇ। ਕੋਈ ਦਰ ਦਰਵਾਜ਼ਾ ਤੁਹਾਡੇ ਲਈ ਨਹੀਂ ਹੁੰਦਾ। ਉਦੋਂ ਬੰਦੇ ਨੂੰ ਫਿਰ ਆਪਣੇ ਆਪ ਦੀ ਆਪ ਮਦਦ ਕਰਨੀ ਪੈਂਦੀ ਹੈ। ਔਰ ਆਪਣੇ ਆਪ ਦੀ ਆਪ ਮਦਦ ਕਦੋਂ ਕਰੇਗਾ? ਜਦੋਂ ਬੰਦਾ ਗੁਰੂ ਨਾਲ ਜੁੜਿਆ ਹੋਏਗਾ ਤੇ ਗੁਰੂ ਉਹਦੇ ਨਾਲ ਹੋਏਗਾ। ਗੁਰੂ ਨੂੰ ਤਾਕਤ ਦੇਗਾ, ਤੂੰ ਲੜ, ਮੈਂ ਤੇਰੇ ਨਾਲ ਆ। ਗੁਰ ਮੇਰਾ ਸੰਗ ਸਦਾ ਹੈ ਨਾਲੇ। ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਬਲ ਹੁਆ ਬੰਧਨ ਛੁੱਟੇ, ਬਲ ਮਿਲਿਆ ਸਾਰੇ ਬੰਧਨ ਛੁੱਟ ਗਏ, ਬੰਧਨ ਰਿਹਾ ਹੀ ਕੋਈ ਨਹੀਂ। ਤੇ ਫਿਰ ਪਾਤਸ਼ਾਹ ਕਹਿੰਦੇ ਸਭ ਕੁਛ ਹੋਤ ਉਪਾਏ। ਸਾਰੇ ਉਪਾਅ ਤੁਹਾਡੇ ਅਰਥ ਦੇ ਬਣ ਜਾਂਦੇ ਨੇ। ਫਿਰ ਕੋਈ ਉਪਾਅ ਤੁਸੀਂ ਕਰਦੇ ਹੋ ਉਹੀ ਸਫਲ। ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਤੂੰ ਹੀ ਸਹਾਇਤਾ ਕਰਨ ਵਾਲਾ ਹੈ, ਸਾਰਾ ਕੁਝ ਹੱਥ ਹੀ ਤੇਰੇ ਹੈ। ਆਪਣੇ ਹੱਥ ਤੇ ਹੈ ਹੀ ਨਹੀਂ ਬੰਦੇ ਦੇ ਕੁਝ। ਹੈ ਕੁਝ ਹੱਥ ਜੀ? ਨਹੀਂ। ਆਪਣਾ ਕੀਤਾ ਕਿਛੂ ਨਾ ਹੋਵੇ, ਕਿਛ ਕੀਚੈ ਜੇ ਕਰ ਸਕੀਐ। ਆਖਣ ਜੋਰ ਚੁੱਪੇ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸ਼ੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ। ਸਾਡੇ ਹੱਥ ਜੋਰ ਨਹੀਂ, ਜੋਰ ਉਹਦੇ ਕੋਲ ਹੈ, ਤਾਕਤ ਉਹਦੇ ਕੋਲ ਹੈ। ਉਹ ਜਿਹਦੇ ਤੇ ਤਰਸ ਕਰਦਾ ਉਹਨੂੰ ਅਮਿਣਵੀਂ ਤਾਕਤ ਦੇ ਦਿੰਦਾ ਹੈ। ਪਾਤਸ਼ਾਹ ਕਹਿੰਦੇ ਗਾਵੇ ਕੋ ਤਾਨ ਹੋਵੇ ਕਿਸੇ ਤਾਨ। ਤਾਨ ਦਾ ਅਰਥ ਹੁੰਦਾ ਹੈ ਬਲ, ਸਮਰੱਥਾ। ਪਾਤਸ਼ਾਹ ਕਹਿੰਦੇ ਕੋਈ ਮਾਲਕ ਦੀ ਸਮਰੱਥਾ, ਪ੍ਰਮਾਤਮਾ ਦੀ ਸਮਰੱਥਾ, ਪ੍ਰਮਾਤਮਾ ਦੇ ਬਲ, ਪ੍ਰਮਾਤਮਾ ਦੇ ਤਾਕਤ ਨੂੰ ਗਾ ਰਿਹਾ ਹੈ ਵੀ ਪ੍ਰਮਾਤਮਾ ਇੰਨਾ ਸ਼ਕਤੀਸ਼ਾਲੀ ਹੈ। ਪਰ ਕੌਣ ਗਾਏਗਾ? ਪਾਤਸ਼ਾਹ ਕਹਿੰਦੇ ਜੇਕਰ ਉਹ ਮਾਲਕ ਕਿਸੇ ਨੂੰ ਤਾਣ ਬਖਸ਼ਦਾ ਹੈ, ਬਲ ਬਖਸ਼ਦਾ ਹੈ, ਗਾਣ ਦਾ ਤਾਂ ਹੀ ਗਾਏਗਾ। ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਜੇਕਰ ਕਿਸੇ ਨੂੰ ਤਾਣ ਮਿਲਿਆ, ਬਲ ਮਿਲਿਆ, ਉਹਨੇ ਗਾਇਆ ਹੈ। ਤੇ ਜੇ ਕੋਈ ਗਾਣ ਦਾ ਬਲ ਹੀ ਨਹੀਂ ਦਿੰਦਾ ਫਿਰ ਕਿੱਥੋਂ ਗਾਓਗੇ? ਤੋ ਗੁਰਮੁਖ ਪਿਆਰਿਓ, ਗੁਰੂ ਗੁਰੂ ਜਪੀਏ, ਗੁਰੂ ਦੀ ਟੇਕ ਲਈਏ, ਗੁਰੂ ਦਾ ਸਹਾਰਾ ਲਈਏ। ਔਰ ਜਦੋਂ ਆਪਾਂ ਗੁਰੂ ਦਾ ਸਹਾਰਾ ਲਾਂਗੇ, ਨਾਨਕ ਸਭ ਕੁਛ ਤੁਮਰੇ ਹੱਥ। ਮੈਂ ਸਾਰਾ ਹੱਥ, ਸਭ ਕੁਝ ਇਹੋ ਦੇ ਹੱਥ ਹੈ। ਇਹ ਗੱਲ ਸਾਡੇ ਸਮਝ 'ਚ ਪੈ ਜਾਏ ਤੇ ਜੀਵਨ ਬੜਾ ਹੀ ਸੁਖਾਲਾ ਹੋ ਜਾਂਦਾ ਹੈ। ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਤੁਸੀਂ ਮੇਰੀ ਸਹਾਇਤਾ ਕਰਨੀ ਹੈ। ਮਾੜਾ ਸਮਾਂ ਹੈ, ਚੰਗਾ ਸਮਾਂ ਹੈ, ਬੁਰੀਆਂ ਪ੍ਰਸਥਿਤੀਆਂ ਨੇ, ਚਾਰ ਛੁਪੇਰਿਓਂ ਬੰਦਾ ਘਿਰ ਗਿਆ ਹੈ, ਤਾਂ ਉਦੋਂ ਤੂੰ ਹੀ ਸਹਾਇਤਾ ਕਰਦਾ ਹੈ। ਹੋਰ ਕੌਣ ਹੈ ਜੋ ਮੇਰੀ ਸਹਾਇਤਾ ਕਰੇ? ਕੋਈ ਨਹੀਂ ਸਹਾਇਤਾ ਕਰਦਾ। ਤਾਂ ਹਰੇਕ ਮੁਸੀਬਤ ਦਾ ਹੱਲ ਤੁਹਾਡੇ ਕੋਲ ਹੈ। ਵੱਡੀ ਤੋਂ ਵੱਡੀ ਮੁਸੀਬਤ, ਮਾੜੀਆਂ ਤੋਂ ਮਾੜੀਆਂ ਪ੍ਰਸਥਿਤੀਆਂ, ਪ੍ਰਮਾਤਮਾ ਨਾ ਕਰੇ, ਮਾੜੀਆਂ ਤੋਂ ਮਾੜੀਆਂ ਪ੍ਰਸਥਿਤੀਆਂ ਜੇਕਰ ਤੁਹਾਡੇ ਚਾਰ ਛਪੇਰੇ ਹੁੰਦੀਆਂ ਨੇ, ਉਹਨਾਂ ਚੋਂ ਬਾਹਰ ਕਿਵੇਂ ਨਿਕਲਣਾ ਹੈ, ਉਹਦਾ ਹੱਲ ਤੁਹਾਡੇ ਕੋਲ ਹੈ। ਬਸ ਥੋੜੀ ਝਾਤੀ ਮਾਰਨੀ ਪੈਗੀ ਅੰਦਰ।
ਤੇ ਹੱਲ ਕਿਵੇਂ ਲੱਭੇਗਾ? ਉਹਦੇ ਲਈ ਸਥਿਰਤਾ ਚਾਹੀਦੀ ਹੈ, ਮਨ ਦਾ ਠਹਿਰਾਓ ਚਾਹੀਦਾ ਹੈ, ਮਨ ਦਾ ਟਿਕਾਓ ਚਾਹੀਦਾ ਹੈ। ਕੀ ਚਾਹੀਦਾ ਜੀ? ਬਲ ਹੋਵਾ, ਬਲ ਚਾਹੀਦਾ ਹੈ। ਬਲ ਹੋਵਾ, ਬੰਧਨ ਛੁੱਟੇ। ਜਦੋਂ ਤੁਹਾਡੇ ਕੋਲ ਬਲ ਹੋਏਗਾ, ਬੰਧਨ ਆਪਣੇ ਆਪ ਹੀ ਛੁੱਟ ਜਾਣੇ ਨੇ। ਜਦੋਂ ਤੁਹਾਡੇ ਕੋਲ ਤਾਕਤ ਹੋਈ ਤੇ ਬੰਧਨ ਆਪਣੇ ਆਪ ਹੀ ਛੁੱਟ ਜਾਣੇ ਨੇ। ਪਰ ਜੇਕਰ ਬਲ ਨਹੀਂ ਹੈ, ਬਲ ਛੁੱਟ ਕੇ ਹੋ, ਫਿਰ ਬੰਧਨ ਪੈ ਜਾਣੇ ਨੇ। ਹੁਣ ਆਪਾਂ ਦੇਖਣਾ ਕਿ ਬਲ ਹੈ ਸਾਡੇ ਕੋਲ, ਅਗਰ ਨਹੀਂ ਹੈ ਤਾਂ ਗੁਰੂ ਦਾ ਪੱਲਾ ਫੜੀਏ, ਗੁਰੂ ਦੀ ਟੇਕ ਲਈਏ, ਗੁਰਬਾਣੀ ਨਾਲ ਜੁੜੀਏ। ਜਿੰਨਾ ਗੁਰਮੁਖੋ ਗੁਰੂ ਦੇ ਨੇੜੇ ਜਾਓਗੇ ਨਾ, ਗੁਰਬਾਣੀ ਪੜੋਗੇ, ਉਹਨਾਂ ਬਿਲਕੁਲ ਕਲੀਅਰ ਹੁੰਦਾ ਜਾਏਗਾ, ਤੁਹਾਨੂੰ ਸਾਫ਼ ਹੁੰਦਾ ਜਾਏਗਾ। ਧੁੰਦਲੇ ਸ਼ੀਸ਼ੇ 'ਚ ਦੇਖੋਗੇ ਤੇ ਕੱਖ ਵੀ ਨਜ਼ਰੀ ਨਹੀਂ ਪੈਂਦਾ। ਤੁਸੀਂ ਗੱਡੀ ਡਰਾਈਵ ਚਲਾ ਰਹੇ ਹੋ ਤੇ ਅਗਰ ਸਾਹਮਣੇ ਵਾਲਾ ਜਿਹੜਾ ਸ਼ੀਸ਼ਾ ਹੈ ਉਹ ਧੁੰਦਲਾ ਹੈ ਤੇ ਕਿੰਨੀ ਦਿੱਕਤ ਹੋਏਗੀ। ਪਰ ਜੇਕਰ ਤੁਸੀਂ ਰੋਕ ਕੇ ਉਹਨੂੰ ਸਾਫ਼ ਕਰ ਲਿਆ ਤੇ ਫਿਰ ਭਾਵੇਂ ਤੁਹਾਡੀ ਗੱਡੀ 100 ਤੇ ਚੱਲਦੀ ਪਈ ਹੈ, ਭਾਵੇਂ 80 ਤੇ ਚੱਲਦੀ ਪਈ, ਭਾਵੇਂ 120 ਤੇ ਚੱਲਦੀ ਪਈ, ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਦੇਖਣ 'ਚ। ਪਰ ਜੇਕਰ ਉਹ ਹੀ ਸਾਫ਼ ਨਹੀਂ ਹੈਗਾ ਤੇ ਫਿਰ ਤੇ 100-200 ਦੀ ਗੱਲ ਛੱਡੋ, ਤੁਹਾਨੂੰ 30 ਦੀ ਸਪੀਡ ਤੇ ਚਲਾਉਣ ਤੇ ਵੀ ਦਿੱਕਤ ਹੋਣੀ ਹੈ। ਦਿਸਦੀ ਕੱਖ ਨਹੀਂ। ਗੁਰੂ ਦਾ ਸ਼ਬਦ ਇੰਨਾ ਤੁਹਾਨੂੰ ਕਲੀਅਰ ਕਰ ਦਿੰਦਾ ਹੈ, ਇੰਨਾ ਸਾਫ਼ ਕਰ ਦਿੰਦਾ ਹੈ, ਤੁਹਾਨੂੰ ਬਿਲਕੁਲ ਸਾਫ਼ ਦਿਖਾਈ ਦਿੰਦਾ ਹੈ। ਤੋ ਬਲ ਛੁਟ ਕੇ ਬੰਧਨ ਪਰੇ, ਕਛੂ ਨਾ ਹੋ ਤੂੰ ਪਾਏ। ਕਹੋ ਨਾਨਕ ਅਬ ਓਟ ਹਾਰ, ਗਜ ਜੋ ਹੋ ਸਹਾਏ। ਪਾਤਸ਼ਾਹ ਜੀ ਕਹਿੰਦੇ ਬਲ ਹੋਵਾ ਬੰਧਨ ਛੁਟੇ, ਸਭ ਕੁਛ ਹੋਤ ਉਪਾਏ। ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਅੱਗੇ ਕੱਲ ਦੇ ਦੀਵਾਨਾਂ ਸਮੂਹ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।